ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਤੀਜਾ। ਘਰ ਪਹਿਲਾ ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਾਮੈ ਹੀ ਤੇ ਸਭ ਕਿਛ ਹੋਆ। ਬਿਨ ਸਤਿਗੁਰ ਨਾਮ ਨਾ ਜਾਪੈ। ਗੁਰ ਕਾ ਸ਼ਬਦ ਮਹਾ ਰਸ ਮੀਠਾ। ਬਿਨ ਚਾਖੈ ਸਾਧ ਨ ਜਾਪੈ। ਕੌਡੀ ਬਦਲੈ ਜਨਮ ਗਵਾਇਆ। ਚੀਨਸ ਨਾਹੀ ਆਪੈ। ਗੁਰਮੁਖ ਹੋਵੈ ਤਾਂ ਏਕੋ ਜਾਣੈ। ਹਉਮੈ ਦੁਖ ਨਾ ਸੰਤਾਪੈ। ਨਾਮੈ ਹੀ ਤੇ ਸਭ ਕਿਛ ਹੋਆ। ਬਿਨ ਸਤਿਗੁਰ ਨਾਮ ਨਾ ਜਾਪੈ। ਗੁਰ ਕਾ ਸ਼ਬਦ ਮਹਾ ਰਸ ਮੀਠਾ। ਬਿਨ ਚਾਖੈ ਸਾਧ ਨਾ ਜਾਪੈ। ਕੌਡੀ ਬਦਲੈ ਜਨਮ ਗਵਾਇਆ। ਚੀਨਸ ਨਾਹੀ ਆਪੈ। ਗੁਰਮੁਖ ਹੋਵੈ ਤਾਂ ਏਕੋ ਜਾਣੈ। ਹਉਮੈ ਦੁਖ ਨਾ ਸੰਤਾਪੈ। ਬਲਹਾਰੀ ਗੁਰ ਆਪਣੇ ਵਿਟੋਂ। ਜਿਨ ਸਾਚੇ ਸਿਉ ਲਿਵ ਲਾਈ। ਸ਼ਬਦ ਚੀਨ ਆਤਮ ਪਰਗਾਸਿਆ। ਸਹਿਜ ਰਹਿਆ ਸਮਾਈ। ਰਹਾਉ ਗੁਰਮੁਖ ਗਾਵੇ ਗੁਰਮੁਖ ਬੂਝੈ। ਗੁਰਮੁਖ ਸ਼ਬਦ ਵਿਚਾਰੀ। ਜੀਉ ਪਿੰਡ ਸਭ ਗੁਰ ਤੇ ਉਪਜੈ। ਗੁਰਮੁਖ ਕਾਰਜ ਸਵਾਰੇ। ਮਨ ਮੁਖ ਅੰਧਾ ਅੰਧ ਕਮਾਵੈ। ਬਿਖ ਖੱਟੇ ਸੰਸਾਰੇ। ਮਾਇਆ ਮੋਹਿ
सदा दुख पाए। बिन गुर अत प्यारे, सोई सेवक जे सतगुर सेवे। चालै सतगुर भाए, साचा शब्द सिफत है साची। साचा मन वसाए, सच्ची बाणी गुरमुख आखै। हਉ मैं बिचों जाए, आपे दाता कर्म है साचा। साचा शब्द सुनाए, गुरमुख काले गुरमुख खटे। गुरमुख नाम जपाए, सदा अलिपत साचै रंग रता। गुर कै सहज सुभाए, मन मुख सद ही कूड़ो बोलै। बिख बीजै बिख खाए, जम काल बाधा तृष्णा दादा। बिन गुर कवण छडाए, सच्चा तीरथ जित सत सार नावण। गुरमुख आप बुझाए, 68 तीरथ गुर शब्द दिखाए। तित नातै मल जाए, सच्चा शब्द सच्चा है निर्मल। ना मल लगै न लाए, सच्ची सिफत सच्ची सालाह। पूरे गुर ते पाए, तन मन सब किस हर तिस केरा। दुर्मत कहन न जाए, हुक्म होवै तां निर्मल होवै। हਉ मैं बिचों जाए, गुर की साखी सहजे चाखी। तृष्णा अगन बुझाए, गुर कै शब्द राता सहजे माता। सहजे रहया समाए, हर का नाम सत कर जानै। गुर कै भाए प्यारे, सच्ची वड्याई गुर ते पाई। सच्चै नाए प्यारे, एको सच्चा सब मह वरत। विरला को विचारे,
ਆਪੇ ਮੇਲ ਲਏ ਤਾਂ ਬਖਸੇ ਸੱਚੀ ਭਗਤ ਸਵਾਰੇ ਸਭੋ ਸੱਚ 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 ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਨ ਹੁਕਮੋ ਵਰਤੈ ਗੁਰਮੁਖ ਆਪ ਪਛਾਣੈ ਨਾਮ ਧਿਆਏ ਤਾਂ ਸਤ ਗੁਰ ਭਾਏ ਜੋ ਇੱਛੈ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੈ ਜੇ ਵਿੱਚੋਂ ਆਪ ਗਵਾਏ ਸਭੋ ਸੱਚ 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 ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਨ ਹੁਕਮੋ ਵਰਤੈ ਗੁਰਮੁਖ ਆਪ ਪਛਾਣੈ ਨਾਮ ਧਿਆਏ ਤਾਂ ਸਤ ਗੁਰ ਭਾਏ ਜੋ ਇੱਛੈ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੈ ਜੇ ਵਿੱਚੋਂ ਆਪ ਗਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਨਾਜ ਦੇ ਪਾਵਨ ਪਵਿੱਤਰ ਮਹਾਂਫਰਮਾਨ ਹੁਕਮਨਾਮਾ ਸਾਹਿਬ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ। ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਪਾਵਨ ਬਖਸ਼ਿਸ਼ਣਾ ਸੂਹੀ ਰਾਗ ਦੇ ਵਿੱਚ ਪਾਤਸ਼ਾਹ ਤੀਜੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਅਸ਼ਟਪਦੀਆਂ ਦੇ ਵਿੱਚ ਕੀਤੀ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਪਰਮਾਤਮਾ ਖੁਦਾ ਅੱਲਾ ਰੱਬ ਭਗਵਾਨ ਕੇਵਲ ਇੱਕ ਹੈ, ਪਰ ਉਸ ਦੀ ਪ੍ਰਾਪਤੀ ਗੁਰੂ ਕਿਰਪਾ ਦੇ ਨਾਲ ਹੈ। ਅਕਾਲ ਪੁਰਖ ਦੀ ਪ੍ਰਾਪਤੀ ਦੇ ਲਈ ਗੁਰੂ ਦੀ ਕਿਰਪਾ ਦਾ ਪਾਤਰ ਹੋਣਾ, ਗੁਰੂ ਦੀ ਕਿਰਪਾ ਦਾ ਪਾਤਰ ਹੋਣ ਦੇ ਲਈ ਗੁਰੂ ਦੇ ਸ਼ਰਨ ਜਾਣਾ, ਗੁਰੂ ਦੀ ਗੱਲ ਮੰਨਣਾ। ਅੱਜ ਦੇ ਹੁਕਮਨਾਮਾ ਸਾਹਿਬ ਜੀ ਨੇ ਸਤਿਗੁਰ ਜੀ ਨੇ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਨਾਮੇ ਦੀ ਗੱਲ ਜੜਾਈ ਹੈ ਔਰ ਮਨਮੁਖ ਅਤੇ ਗੁਰਮੁਖ ਦੋਨਾਂ ਹੀ ਅਵਸਥਾਵਾਂ ਨੂੰ ਦੱਸਿਆ ਹੈ। ਮਨੁੱਖ ਦਾ ਮਨ ਹੀ ਮਨਮੁਖ ਹੈ, ਮਨੁੱਖ ਦਾ ਮਨ ਹੀ ਗੁਰਮੁਖ ਹੈ। ਮਨਮੁਖ ਦੀ ਮਨ ਰੂਪ ਅਵਸਥਾ ਉਸ ਦੇ ਹਾਵ ਭਾਵ ਉਸ ਦੇ ਸੁਭਾਅ ਦੇ ਵਿੱਚੋਂ ਨਸ਼ਰ ਹੁੰਦੀ ਹੈ, ਪ੍ਰਗਟ ਹੁੰਦੀ ਹੈ। ਗੁਰਮੁਖ ਦੀ ਗੁਰਮੁਖ ਅਵਸਥਾ, ਕਿਉਂਕਿ ਮਨ ਕਰਕੇ ਉਹ ਗੁਰਮੁਖ ਹੈ, ਇਸ ਕਰਕੇ ਤਨ ਦੇ ਉੱਪਰ ਉਸ ਦੇ ਹਾਵ ਭਾਵ, ਉਸ ਦਾ ਸੁਭਾਅ ਉਸ ਦੀ ਗੁਰਮੁਖਤਾ ਨੂੰ ਪ੍ਰਗਟ ਕਰਦਾ ਹੈ, ਜਿਸ ਨੂੰ ਸਤਿਗੁਰੂ ਜਾਪੇ ਦੇ ਸ਼ਬਦ ਦੇ ਨਾਲ ਔਰ ਚੀਨਸ ਦੇ ਸ਼ਬਦ ਦੇ ਨਾਲ ਸਾਨੂੰ ਦ੍ਰਿੜ ਕਰਵਾਉਂਦੇ ਨੇ। ਤਾਂ ਸਭ ਤੋਂ ਪਹਿਲੀ ਗੱਲ ਨਾਮੇ ਦੀ ਹੈ। ਨਾਮੇ ਹੀ ਤੇ ਸਭ ਕਿਛੁ ਹੋਇਆ, ਨਾਮੇ ਹੀ ਤੇ ਸਭ ਕੁਛ ਹੋਆ, ਬਿਨ ਸਤਿਗੁਰੂ ਨਾਮ ਨਾ ਜਾਪੇ। ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧ ਨਾ ਜਾਪੇ। ਜਾਪੇ ਦਾ ਮਤਲਬ ਹੈ ਮਨੁੱਖ ਨੂੰ ਕਿਸੇ ਵੀ ਚੀਜ਼ ਦੀ ਸੋਝ ਹੀ ਉਨੀ ਦੇਰ ਤੱਕ ਨਹੀਂ ਆ ਸਕਦੀ ਜਿੰਨੀ ਦੇਰ ਤੱਕ ਉਹ
ਉਸ ਨੂੰ ਚਖਦਾ ਨਹੀਂ, ਉਸ ਨੂੰ ਮਾਣਦਾ ਨਹੀਂ। ਜਾਪੇ ਦਾ ਮਤਲਬ ਜਪਣ ਦੇ ਨਾਲ ਵੀ ਹੈ। ਇੱਥੇ ਸਤਿਗੁਰਾਂ ਨੇ ਜਾਪੇ ਦੇ ਉੱਪਰ ਦੋ ਲਾਵਾਂ ਜਿਹਨੂੰ ਆਪਾਂ ਕਹਿੰਦੇ ਹਾਂ, ਲੇਕਿਨ ਜਾਪੇ ਸ਼ਬਦ ਇੱਕ ਲਾਮ ਦੇ ਨਾਲ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਇਆ, ਜਿੱਥੇ ਸਤਿਗੁਰ ਕਹਿੰਦੇ ਨੇ ਆਪ ਬੁਝਾਏ ਆਪੇ ਜਾਪੇ, ਪੂਰਨ ਆਸ ਕਰੀ ਖਿਨ ਭੀਤਰ ਹਰ 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 ਗੁਣ ਜਾਪੇ ਜਿਉ। ਮਾਝ ਰਾਗ ਦੇ ਵਿੱਚ ਪਾਤਸ਼ਾਹ ਪੰਚਮ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ। ਉੱਥੇ ਜਾਪੇ ਦਾ ਮਤਲਬ ਨਿਰੋਲ ਚੇਤੇ ਕਰਨਾ ਹੈ, ਨਿਰੋਲ ਅਕਾਲ ਪੁਰਖ ਦੀ ਆਰਾਧਨਾ ਹੈ। ਆਠ ਪਹਿਰ ਤੁਧ ਜਪੇ ਪਵਨਾ, ਮਾਝ ਰਾਗ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਉੱਥੇ ਨਿਰੋਲ ਜਪਣਾ ਹੈ। ਲੇਕਿਨ ਇੱਥੇ ਜਾਪੇ ਹੈ, ਇਸ ਦਾ ਮਤਲਬ ਹੈ ਪਤਾ ਲੱਗਣਾ ਜਾਂ ਸੂਝ ਆਉਣੀ ਜਾਂ ਸਮਝ ਆਉਣੀ। ਜਿਵੇਂ ਸਤਿਗੁਰ ਨੇ ਪਵਿੱਤਰ ਬਾਣੀ ਦੇ ਵਿੱਚ ਕਿਹਾ ਕਿ ਉਗਵੇ ਸੂਰ ਨ ਜਾਪੇ ਚੰਦ, ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ। ਸੂਰਜ ਔਰ ਚੰਦਰ ਯਾਨੀ ਕਿ ਚੰਦਰਮਾ ਇਹ ਦੋਨੋਂ ਹੀ ਮੌਜੂਦ ਹੁੰਦੇ ਨੇ, ਲੇਕਿਨ ਜਿਸ ਵਕਤ ਸੂਰਜ ਦੀ ਰੌਸ਼ਨੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਉਸ ਵਕਤ ਚੰਦਰਮਾ ਦਾ ਪਤਾ ਨਹੀਂ ਲੱਗਦਾ, ਲੇਕਿਨ ਚੰਦਰਮਾ ਆਪਣੀ ਹੋਂਦ ਮਿਟਾ ਨਹੀਂ ਚੁੱਕਿਆ ਹੁੰਦਾ ਹੈ ਉੱਥੇ ਹੀ ਹੈ, ਚੱਕਰ ਉਹ ਵੀ ਉਸੇ ਤਰ੍ਹਾਂ ਦੇ ਨਾਲ ਹੀ ਲਗਾ ਰਿਹਾ ਹੁੰਦਾ ਹੈ। ਪਰ ਕਿਉਂਕਿ ਸੂਰਜ ਚੜ ਗਿਆ ਇਸ ਕਰਕੇ ਮਨੁੱਖ ਨੂੰ ਚੰਦ ਦੀ ਲੋੜ ਨਹੀਂ, ਕਿਉਂਕਿ ਮਨੁੱਖ ਨੂੰ ਰੌਸ਼ਨੀ ਚਾਹੀਦੀ ਹੈ ਜਿਹੜੀ ਸੂਰਜ ਤੋਂ ਉਸ ਨੂੰ ਮਿਲ ਰਹੀ ਹੈ। ਸਤਿਗੁਰ ਕਹਿੰਦੇ ਨੇ ਇਸ ਤਰ੍ਹਾਂ ਹੀ ਜੇ ਗਿਆਨ ਪ੍ਰਗਾਸ ਅਗਨਤ ਮਿਟੰਤ ਅਗਿਆਨ, ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ, ਜੇ ਗਿਆਨ ਦਾ ਪ੍ਰਗਾਸ ਹੋ ਗਿਆ ਤੇ ਅਗਿਆਨ ਆਪਣੇ ਆਪ ਮਿਟ ਜਾਏਗਾ, ਨਜ਼ਰ ਨਹੀਂ ਆਏਗਾ। ਇੱਥੇ ਗੱਲ ਸਤਿਗੁਰਾਂ ਨੇ ਜਾਪੇ ਦੀ ਕੀਤੀ ਹੈ, ਉਸ ਨੂੰ ਸਮਝਣ ਦੇ ਲਈ ਮੈਂ ਪਾਵਨ ਸਤਰ ਆਪ ਜੀ ਦੇ ਸਾਹਮਣੇ ਦੁਹਰਾਈ ਹੈ। ਤੋ ਇੱਥੇ ਜਾਪੇ ਦਾ ਮਤਲਬ ਪ੍ਰਤੀਤ ਹੋਣਾ ਹੈ। ਜਾਪੇ ਆਪ ਪ੍ਰਭ ਤਹਿ ਲੋਏ, ਨਾਨਕ ਗਿਆ ਜਾਪੇ ਜਾਏ, ਜਪਜੀ ਸਾਹਿਬ ਜੀ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ। ਤੋ ਜਿੰਨੀ ਦੇਰ ਤੱਕ ਸੋਝੀ ਨਹੀਂ ਹੁੰਦੀ, ਜਿੰਨੀ ਦੇਰ ਤੱਕ ਸੂਝ ਨਹੀਂ ਆਉਂਦੀ, ਉਨੀ ਦੇਰ ਤੱਕ ਗੱਲ ਪ੍ਰਤੀਤ ਨਹੀਂ ਹੁੰਦੀ, ਉਨੀ ਦੇਰ ਤੱਕ ਗੱਲ ਸਮਝ ਨਹੀਂ ਲੱਗਦੀ। ਲੇਕਿਨ ਗੱਲ ਸਮਝ ਕਦੋਂ ਲੱਗੇਗੀ? ਜਿੰਨੀ ਦੇਰ ਤੱਕ ਸਤਿਗੁਰ ਦਾ ਨਾਮ ਨਹੀਂ ਜਪਿਆ ਜਾਏਗਾ ਉਨੀ ਦੇਰ ਤੱਕ ਗੱਲ ਸਮਝ ਨਹੀਂ ਲੱਗੇਗੀ। तो पातशाह कहते नामे ही ते सब किछ हुआ, बिन सतगुरु नाम न जापे। गुर का शब्द महारस मीठा, बिन चाखे साध न जापे। फिर शब्द जापे ही है, भाव नहीं प्रतीत होएगा, नहीं समझ लगेगी, क्योंकि कोई ऐसी चीज जेड़ी आपने चखी ना होवे। कि मैं करनी, मैं उदाहरण देने के लिए गल कर रहा, मिसाल दे विच कोई भी चीज आपने चखी ना होवे और किसी ने ਉਹੀ ਚੀਜ਼ ਚਖੀ ਹੋਵੇ, ਉਹ ਫਿਰ ਆਪ ਨੂੰ ਉਸ ਦਾ ਸਵਾਦ ਦੱਸ ਸਕਦਾ ਹੈ ਕਿ ਇਸ ਦਾ ਸਵਾਦ ਮਿੱਠਾ ਹੈ, ਇਸ ਦਾ ਸਵਾਦ ਕੌੜਾ ਹੈ, ਇਸ ਦਾ ਸਵਾਦ ਖੱਟਾ ਹੈ, ਇਹ ਬਹੁਤ ਸਵਾਦ ਹੈ, ਇਹ ਬਹੁਤ ਕੜਕ ਹੈ, ਇਹ ਬਹੁਤ ਰਸੀਲੀ ਹੈ। ਉਹ ਕੁਝ ਵੀ ਆਪ ਨੂੰ ਦੱਸ ਸਕਦਾ ਹੈ, ਲੇਕਿਨ ਉਹ ਕੁਝ ਵੀ ਆਪ ਨੂੰ ਦੱਸੇ, ਇਹ ਕੇਵਲ ਦੱਸਣ ਕਿਰਿਆ ਹੀ ਪੂਰੀ ਹੋਏਗੀ। ਆਪ ਨੂੰ ਪਤਾ ਲੱਗ ਜਾਏਗਾ ਮਿੱਠਾ ਹੈ, ਲੇਕਿਨ ਕਿਸ ਕਿਸਮ ਦਾ ਮਿੱਠਾ ਹੈ। आखिर स्वाद हर एक दा अपना है, अलग अलग है। वो केवल एक जिन्हों कम्युनिकेट करने, जिन्हों एक्सप्रैस करने उही कर सकता है। लेकिन जे वाकई ही किस किस्म दा स्वाद है, इस दी जापे, इस दी सौझी किवें होवे, उस दे लई फिर खुद चखना पवेगा। तो सतगुर इसे करके कहते हैं कि गुर का शब्द महारस मीठा। पातशाह कहते मैं तेनों दस देना कि गुरु का जिहड़ा शब्द है वह महारस है, बहुत मिठा है, लेकिन बिन चाखे साध न जापे। बगैर चखे नहीं पता लगेगा तुहानू कि किस तरह, क्योंकि कहु नानक संतन रस आई है, जो चाख गूंगा मुस्कारे। गूंगा नहीं दस सकता, उसकी मुस्कुराहट दसदी है कि उसनू कितनी जबरदस्त तृप्ति हो रही है, लेकिन उसकी तृप्ति दे नाल कोई होर तृप्त नहीं हो सकेगा। इसे करके गुरमत दे विच बार बार जिक्र इसे गल दा है कि खुद पढ़ना पवेगा, खुद समझना पवेगा और खुद ही चलना पवेगा। ये प्रैक्टिकल धर्म है, प्रयोग का धर्म है।
ਜਿੱਥੇ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਇਸ ਸੰਸਾਰ ਦੇ ਵਿੱਚ ਆਤਮਿਕ ਪੱਖੋਂ ਮਨੁੱਖ ਨੇ ਉਸ ਪਰਮਾਤਮਾ ਦੀ ਰਾਹ ਦੇ ਉੱਤੇ ਆਪਣਾ ਕਾਜ ਆਪ ਹੀ ਸਵਾਰਨਾ ਹੈ, ਕਿਉਂਕਿ ਇੱਥੇ ਮਾਤ ਪਿਤਾ ਸਹਾਈ ਨਾ ਹੋ ਸਕਣਗੇ। ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਕਿਉਂਕਿ ਇਹ ਕਾਰਜ ਹੀ ਐਸਾ ਹੈ ਜਿਹੜਾ ਹਰ ਇੱਕ ਨੇ, ਕਿਉਂਕਿ ਮੇਰੇ ਪਾਸ ਕਈ ਸਵਾਲ ਪੁੱਛਦੇ ਨੇ ਕਿ ਸਤਿਗੁਰ ਕਹਿੰਦੇ ਨੇ ਜੋ ਨਹਾਵੇ ਸੋ ਕੁਲ ਤਰਾਵੇ, ਉਧਾਰ ਹੋਏ ਹੈ ਜੀ ਕਾ। ਬਿਲਕੁਲ ਅੱਛਾ ਸਵਾਲ ਹੈ। ਔਰ ਇਸ ਪ੍ਰਸ਼ਨ ਨੂੰ ਲੈ ਕੇ, ਇਸ ਬਾਣੀ ਨੂੰ ਲੈ ਕੇ ਕਈ ਲੋਕ ਗੁੰਮਰਾਹ ਵੀ ਕਰਦੇ ਨੇ ਕਿ ਜਿਹਨੇ ਇੱਕ ਪ੍ਰਾਣੀ ਨੂੰ ਅੰਮ੍ਰਿਤ ਛਕਾਇਆ ਉਹਦੀ ਇੱਕ ਕੁਲ ਤਰ ਗਈ, ਜਿਹਨੇ ਇੱਕ ਨੂੰ ਨਾਮ ਜਪਾਇਆ ਉਹਦੀ ਇੱਕ ਕੁਲ ਤਰ ਗਈ, ਜਿਹਨੇ ਦੋ ਨੂੰ ਨਾਮ ਜਪਾਇਆ ਉਹਦੀ ਦੋਵਾਂ ਦੀ ਕੁਲ ਤਰ ਗਈ। ਕੁੱਲਾ ਇਸ ਤਰ੍ਹਾਂ ਨਹੀਂ ਤਰਦੀਆਂ ਜਦ ਸਤਿਗੁਰ ਕਹਿ ਰਹੇ ਨੇ ਕਿ ਆਪਣ ਹੱਥੀ ਆਪਣਾ, ਹਰ ਇੱਕ ਨੇ ਆਪਣਾ ਕਾਜ ਆਪ ਹੀ ਸਵਾਰਨਾ ਹੈ। ਲੇਕਿਨ ਬਾਣੀ ਇਹ ਵੀ ਕਹਿੰਦੀ ਹੈ ਕਿ ਜੋ ਨਹਾਵੇ ਸੋ ਕੁਲ ਤਰਾਵੇ। ਰਾਮਦਾਸ ਸਰੋਵਰ ਨੀਕਾ, ਜੋ ਨਹਾਵੇ ਸੋ ਕੁਲ ਤਰਾਵੇ। ਅਗਲੀ ਗੱਲ ਪੜੋ ਨਾ, ਉਧਾਰ ਹੋਏ ਹੈ ਜੀ ਕਾ, ਜੀ ਕਾ ਇੱਕ। ਤਾਂ ਫਿਰ ਕੁਲ ਤਰਦੀ ਕਿਵੇਂ ਹੈ ਔਰ ਕੁਲ ਡੁੱਬਦੀ ਕਿਵੇਂ? ਜਿਵੇਂ ਇੱਕ ਪਰਿਵਾਰ ਦੇ ਵਿੱਚ ਇੱਕ ਪਿਤਾ ਗੁਰਸਿੱਖ ਹੈ, ਉਸ ਨੇ ਆਪਣੇ ਬੱਚਿਆਂ ਨੂੰ ਸਿੱਖਿਆ ਐਸੀ ਦਿੱਤੀ ਹੈ ਕਿ ਉਸ ਦੀ ਔਲਾਦ ਅੱਗੋਂ 2 ਜਾਂ 3 ਜਾਂ ਜਿੰਨੀਆਂ ਵੀ ਉਸ ਦੀਆਂ ਔਲਾਦਾਂ ਨੇ ਉਹ ਗੁਰਸਿੱਖ ਬਣੀਆਂ ਨੇ। ਉਹਨਾਂ ਨੇ ਅੱਗੋਂ ਆਪਣੇ ਬੱਚਿਆਂ ਨੂੰ ਗੁਰਸਿੱਖ ਬਣਾ ਦਿੱਤਾ। ਉਹਨਾਂ ਨੇ ਅੱਗੋਂ ਆਪਣੀ ਇਸ ਤਰ੍ਹਾਂ ਕੁੱਲਾਂ ਤਰਦੀਆਂ, ਪ੍ਰੈਕਟੀਕਲ। ਔਰ ਡੁੱਬਦੀਆਂ ਕੁੱਲਾਂ ਕਿਵੇਂ ਨੇ? ਜਿਵੇਂ ਕਿਸੇ ਮਨੁੱਖ ਨੇ ਖੁਦ ਕੇਸ ਕਤਲ ਕਰਵਾ ਰਹੇ ਨੇ ਤਾਂ ਸੰਤਾਨ ਕਿਵੇਂ ਉਸ ਦੀ ਕੇਸ ਰੱਖੇਗੀ? ਲੇਕਿਨ ਹੋ ਵੀ ਸਕਦਾ ਰੱਖ ਵੀ ਲਵੇ, ਕੋਈ ਐਸੀ ਗੱਲ ਵੀ ਨਹੀਂ ਹੈ, ਪਰ ਉਹ ਆਪ ਤਾਂ ਨਹੀਂ ਤਰੇਗਾ। ਹਾਂ, ਕੁੱਲ ਤਾਰ ਦੇਗਾ, ਕੁੱਲ ਤਰ ਜਾਏਗੀ ਉਸ ਦੀ, ਕਿਉਂਕਿ ਜੋ ਜਪੇਗਾ, ਜੋ ਚੜ੍ਹੇਗਾ, ਨਾਮ ਦਾ ਜਹਾਜ਼ ਹੈ। ਅਗਰ ਉਸਨੇ ਖੁਦ ਆਪਣੇ ਆਪ ਨੂੰ ਪਤਿਤ ਕਰ ਲਿਆ, ਅੱਗੋਂ ਆਪਣੇ ਬੱਚਿਆਂ ਨੂੰ ਪਤਿਤ ਕਰ ਲਿਆ, ਉਹਨਾਂ ਦੇ ਬੱਚੇ ਅੱਗੋਂ ਪਤਿਤ ਹੋ ਗਏ। ਤਾਂ ਇਸੇ ਕਰਕੇ ਮੈਂ ਬੇਨਤੀ ਕਰਿਆ ਕਰਦਾ ਕਿ ਇੱਕ ਮਨੁੱਖ ਜਿਹੜਾ ਖੁਦ ਪਤਿਤ ਹੋ ਰਿਹਾ ਹੈ ਉਹ ਸੋਚ ਲਵੇ ਕਿ ਉਹ ਆਪ ਇਕੱਲਾ ਹੀ ਪਤਿਤ ਨਹੀਂ ਹੋ ਰਿਹਾ, ਉਸ ਦੇ ਨਾਲ ਉਸ ਦੇ ਪਰਿਵਾਰ ਦੇ ਜੀ, ਆਉਣ ਵਾਲੀਆਂ ਪਿੜਾਂ, ਆਉਣ ਵਾਲੀਆਂ ਕੁਲਾਂ, ਇਹ ਸਾਰੀਆਂ ਹੀ ਪਤਿਤ ਪੈਦਾ ਹੋਣਗੀਆਂ ਜਾਂ ਪਤਿਤ ਹੀ ਹੋ ਜਾਣਗੀਆਂ। ਕਿਤੇ ਕੋਈ ਸੋਝੀ ਆ ਜਾਵੇ ਗੁਰਮਤਿ ਦੀ, ਇਹ ਵੱਖਰੀ ਗੱਲ ਹੈ, ਲੇਕਿਨ ਅਕਸਰ ਦੇਖਿਆ ਐਸਾ ਹੀ ਗਿਆ ਹੈ। ਤੋ ਜ਼ਾਹਿਰ ਤੌਰ ਉੱਪਰ ਸਤਿਗੁਰ ਜੀ ਕਹਿੰਦੇ ਨੇ ਕਿ ਇਹ ਜਿੰਨੀ ਦੇਰ ਤੱਕ ਮਨੁੱਖ ਖੁਦ ਨਹੀਂ ਜਪੇਗਾ, ਖੁਦ ਨਹੀਂ ਇਸ ਦਾ ਮਾਣੇਗਾ, ਜਾਪੇ, ਤੋ ਇਸ ਦਾ ਜਾਪੇ ਦਾ ਮਤਲਬ ਜਿਹੜਾ ਹੈ ਕਿ ਖੁਦ ਹੀ ਸੋਝੀ ਆਏਗੀ, ਆਪਣੀ ਸੋਝੀ ਦੇ ਮੁਤਾਬਕ ਹੀ ਉਹ ਗੁਰਮਤ ਗਿਆਨ ਨੂੰ ਹਾਸਿਲ ਕਰੇਗਾ। ਗੁਰਮਤ ਗਿਆਨ, ਕਿਉਂਕਿ ਕਈ ਵਾਰੀ ਮੈਂ ਅਕਸਰ ਦੇਖਿਆ ਕੁਝ ਲੋਕ ਪੜ੍ਹਦੇ ਹੈ, ਪੜ੍ਹੀ ਵੀ ਜਾਂਦੇ ਹੈ, ਲੇਕਿਨ ਪੜ੍ਹਨ ਤੋਂ ਬਾਅਦ ਫਿਰ ਸੋਝੀ ਨਹੀਂ ਆਈ, ਕਿਉਂਕਿ ਪੜ੍ਹਨ ਤੋਂ ਬਾਅਦ ਵਿਚਾਰ ਨਹੀਂ ਹੈ, ਜਾਂ ਪੜ੍ਹਨ ਤੋਂ ਬਾਅਦ ਹੋਵੇਂ ਹੀ ਨਹੀਂ ਆ ਗਈ ਕਿ ਮੈਂ 2 ਵਾਰੀ ਪਾਠ ਕਰ ਲਿਆ, ਅੱਜ ਮੈਂ 3 ਵਾਰੀ ਪਾਠ ਕਰ ਲਿਆ। ਉਹ ਫਲਾਣੇ ਸਾਧ 165 ਵਾਰੀ ਦਿਨ ਦੇ ਵਿੱਚ ਪਾਠ ਕਰਿਆ ਕਰਦੇ ਸਨ, ਕੋਈ ਕੁਛ ਕਹਿੰਦਾ, ਕੋਈ, ਜਦ ਕਿ ਇਹਨਾਂ ਕੁਝ ਸੰਭਵ ਹੀ ਨਹੀਂ ਹੋ ਸਕਦਾ। ਇੱਕ ਦਿਨ ਦੇ ਵਿੱਚ ਇੰਨੇ ਪਾਠ ਕਰਨੇ ਸੰਭਵ ਹੀ ਨਹੀਂ ਹੈ। ਔਰ ਕਿਵੇਂ, ਮੈਂ ਤਾਂ ਇੱਕ ਬਲਕਿ ਹੈਰਾਨ ਹੋ ਗਿਆ, ਇੱਕ ਮੈਂ ਖੁਦ ਸੁਣ ਰਿਹਾ ਸੀ, ਇੱਕ ਬਾਬਾ ਜੀ ਕਰਨੀ ਵਾਲੇ ਇਹ ਕਹਿ ਰਹੇ ਸਨ ਕਿ ਉਹਨਾਂ ਤੋਂ ਜਿਹੜੇ ਪਹਿਲੇ ਬਾਬਾ ਜੀ ਸਨ ਉਹ ਇੱਕੋ ਵਕਤ ਨਾਲ ਹੀ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰਦੇ ਸਨ, ਨਾਲ ਹੀ ਜਪਜੀ ਸਾਹਿਬ ਜੀ ਦਾ ਵੀ ਪਾਠ ਕਰ ਲਿਆ ਕਰਦੇ ਸਨ। ਐਸਾ ਕਿਵੇਂ ਸੰਭਵ ਹੋ ਸਕਦਾ ਇੱਕੋ ਵਕਤ? ਯਾਨੀ ਕਿ ਨਾਲ ਹੀ ਉਹ ਪਾਠ ਵੀ ਕਰ ਰਹੇ ਨੇ। ਇੱਕ ਵਿਅਕਤੀ ਮੇਰੇ ਪਾਸ ਆਇਆ, ਉਹ ਕਹਿਣ ਲੱਗਾ ਜੀ ਕਿ ਸਾਡੇ ਬਾਬਾ ਜੀ ਕਰ ਸਕਦੇ ਆ ਪਾਠ ਸੁਖਮਨੀ ਸਾਹਿਬ ਦੇ 100 ਵਾਰੀ ਦਿਨ ਦੇ ਵਿੱਚ। ਹੁਣ ਕਿਸ ਤਰ੍ਹਾਂ ਕਰ ਸਕਦੇ ਆ? ਉਹ ਦਿਵ ਦ੍ਰਿਸ਼ਟੀ ਜਾਂ ਪਤਾ ਨਹੀਂ ਕਿਹੜੀ ਕਿਹੜੀ ਬਿਰਤੀ ਕੋ ਕਹਿੰਦੇ ਸਨ, ਉਸ ਬਿਰਤੀ ਨਾਲ ਕਰ ਲੈਂਦੇ। ਮੈਨੂੰ ਤਾਂ ਕੋਈ ਐਸੀ ਬਿਰਤੀ ਅੱਜ ਤੱਕ ਸੋਝੀ ਲੱਗੀ ਨਹੀਂ। ਤਾਂ ਸਤਿਗੁਰੂ ਜੀ ਪਾਠ ਪੜ੍ਹਨ ਤੋਂ ਬਾਅਦ ਜਿਹੜੀ ਗੱਲ ਵਿਚਾਰਨ ਦੀ ਕਰਦੇ ਆ ਨਾ, ਅਸਲ ਗੱਲ ਤਾਂ ਉਹ ਹੈ ਵਿਚਾਰ ਜਿਸ ਚੀਜ਼ ਦਾ ਹੋ ਗਿਆ, ਪ੍ਰਯੋਗ ਪ੍ਰੈਕਟੀਕਲ ਜਿਸ ਚੀਜ਼ ਦਾ ਕਰਨਾ ਹੈ ਮਨੁੱਖ ਨੇ, ਉਸ ਚੀਜ਼ ਦਾ ਵਿਚਾਰ ਹੀ ਉਸ ਦਾ ਅਧਿਐਨ ਹੈ। ਤੋ ਅਧਿਐਨ ਤੋਂ ਬਿਨਾਂ, ਹੁਣ ਜਿਵੇਂ ਕੋਈ ਵਿਅਕਤੀ ਰੱਟਾ ਲਾਈ ਜਾਏ, ਲੇਕਿਨ ਰੱਟਾ ਲਾਉਣ ਤੋਂ ਬਾਅਦ ਅਸਲ ਥਿਓਰੀ ਨੂੰ ਸਮਝੇ ਨਾ, ਤਾਂ ਫਿਰ ਉਹ ਪ੍ਰੈਕਟੀਕਲ ਦੇ ਵਿੱਚ ਫੇਲ ਹੋ ਜਾਂਦਾ ਹੈ। ਥਿਓਰੀ ਵਿੱਚ ਹੋ ਸਕਦਾ ਪਾਸ ਹੋ ਜਾਵੇ, ਕਿਉਂਕਿ ਰੱਟਾ ਲਗਾਇਆ ਹੋਇਆ। ਤਾਂ ਸਤਿਗੁਰ ਨੇ ਇਸੇ ਕਰਕੇ ਪ੍ਰਯੋਗ ਦਿੱਤਾ, ਪ੍ਰੈਕਟੀਕਲ ਦਿੱਤਾ, ਕਿ ਧਰਮ ਦੇ ਵਿੱਚ ਪ੍ਰੈਕਟੀਕਲ ਹੈ। ਪ੍ਰੈਕਟੀਕਲ ਦੇ ਵਿੱਚ ਹਰ ਉਸ ਚੀਜ਼ ਨੂੰ ਆਪਣੇ ਪਿੰਡੇ ਉੱਪਰ, ਆਪਣੇ ਪਿੰਡੇ ਦੇ ਰਾਹੀਂ ਵੀ ਹੰਡਾਉਣਾ ਪੈਂਦਾ। ਜਿਵੇਂ ਪਿੰਡੇ ਉੱਪਰ ਕਿਵੇਂ ਹੰਡਾਉਂਦੇ ਆ, ਜਿਵੇਂ ਸਤਿਗੁਰ ਕਹਿੰਦੇ ਨੇ ਸਾਬਤ ਸੂਰਤ, ਇਹ ਪਿੰਡੇ ਉੱਪਰ ਹੰਡਾਉਣ ਦੀ ਗੱਲ ਹੈ। ਹੁਣ ਸਾਬਤ ਸੂਰਤ ਹੋ ਜਾਣ ਤੋਂ ਬਾਅਦ ਸਾਬਤ ਸੂਰਤ ਦੇ ਅਗਲੇ ਕਰਮ ਜਿਹੜੇ, ਹੁਣ ਜ਼ਾਹਿਰ ਤੌਰ ਉੱਪਰ ਕੋਈ ਸਾਬਤ ਸੂਰਤ ਤਾਂ ਹੋ ਜਾਵੇ, ਲੇਕਿਨ ਸਾਬਤ ਸੂਰਤ ਹੋਣ ਤੋਂ ਬਾਅਦ ਕਰਮ ਉਸ ਦੇ ਉਹੀ ਰਹਿਣ, ਮਨਮੁਖਾਂ ਵਾਲੇ। ਔਰ ਲੋਕ ਇਸੇ ਕਰਕੇ ਕਹਿੰਦੇ ਜੀ ਆਹ ਦੇਖੋ ਉਹਨੇ ਅੰਮ੍ਰਿਤ ਵੀ ਛਕ ਲਿਆ, ਉਹ ਫਿਰ ਵੀ ਇੱਦਾਂ ਦੇ ਕੰਮ ਕਰਦਾ ਹੈ। ਹੁਣ ਆਖਰ ਐਸੇ ਲੋਕ ਹੈ ਨੇ, ਤਾਂ ਹੀ ਉਹਨਾਂ ਨੂੰ ਕਹਿਣਾ ਪੈਂਦਾ।
ਔਰ ਇਸ ਦਾ ਫਾਇਦਾ ਫਿਰ ਕੌਣ ਉਠਾਉਂਦੇ ਨੇ? ਇਸ ਦਾ ਫਾਇਦਾ ਉਠਾਉਂਦੇ ਨੇ ਉਹ ਲੋਕ, ਕਿਉਂਕਿ ਮੈਨੂੰ ਵੀ ਕਈ ਮਾਂ-ਬਾਪ ਕਹਿੰਦੇ ਨੇ ਜੀ, ਸਾਡੇ ਬੱਚੇ ਕਹਿੰਦੇ ਨੇ ਜੀ, ਉਹ ਦੇਖੋ ਜੀ ਉਸਨੇ ਕੇਸ ਕਤਲ ਕਰਾਏ ਹੋਏ ਨੇ, ਉਹ ਸੈਕਟਰੀ ਬਣਿਆ ਹੋਇਆ ਗੁਰਦੁਆਰੇ ਦਾ, ਉਹ ਆਹ ਗੁਨਾਹ ਕਰਦਾ, ਉਹ ਪ੍ਰਧਾਨ ਬਣਿਆ ਹੋਇਆ ਗੁਰਦੁਆਰੇ ਦਾ, ਉਹ ਆਹ ਕਰਦਾ, ਉਹ ਕਰਦਾ। ਕਿਉਂਕਿ ਮਨੁੱਖ ਅਸਲ ਦੇ ਵਿੱਚ ਬੇਸਿਕਲੀ ਜਾਨਵਰ ਹੈ। ਇਸ ਗੱਲ ਨੂੰ ਸਪਸ਼ਟ ਹੈ ਕਿ ਮਨੁੱਖ ਦੀ ਆਪਣੀ ਸੋਚ ਹੈ ਕਿ ਉਸਨੇ ਆਪਣੇ ਆਪ ਨੂੰ ਅਲੱਗ ਕਰ ਲਿਆ, ਆਪਣਾ ਨਾਮ ਇਨਸਾਨ ਰੱਖ ਲਿਆ, ਔਰ ਉਸ ਤੋਂ ਇਲਾਵਾ ਹੋਰ ਬਾਕੀ ਜਿੰਨੇ ਵੀ ਨੇ ਉਹ ਜਾਨਵਰ ਹੋ ਗਏ। ਮਨੁੱਖ ਦੇ ਕੋਲ ਇੱਕ ਸੱਭਿਅਤਾ ਆ ਗਈ, ਇੱਕ ਸੱਭਿਅਕ ਸਮਾਜ ਦੇ ਵਿੱਚ ਉਸਨੇ ਜੀਣਾ ਸ਼ੁਰੂ ਕਰ ਦਿੱਤਾ। ਸਤਿਗੁਰ ਨੇ ਉਸ ਨੂੰ ਧਰਤੀ ਦੀ ਸਿੱਖਦਾਰੀ ਦੇ ਦਿੱਤੀ, ਔਰ ਬਾਕੀ ਦੀਆਂ ਜੋਨਾਂ ਉਹਦੀ ਪਨਹਾਰੀ, ਉਹਦੀਆਂ ਪਾਣੀ ਭਰਨ ਵਾਲੀਆਂ ਹੋ ਗਈਆਂ। ਅਵਰ ਜੋਨ ਤੇਰੀ, ਜਿਹੜੀ ਬਾਕੀ ਦੀ ਜੋਨ ਹੈ, ਇਸ ਧਰਤੀ ਪਰ ਤੇਰੀ ਸਿੱਖਦਾਰੀ, ਅਵਰ ਜੋਨ ਤੇਰੀ ਪਨਹਾਰੀ, ਬਾਕੀ ਤੇਰੀਆਂ ਸਾਰੇ ਪਾਣੀ ਭਰਨਗੀਆਂ। ਇਸ ਧਰਤੀ ਪਰ ਤੇਰੀ ਸਿੱਖਦਾਰੀ, ਤੇਰੀ ਸਰਦਾਰੀ ਹੋਵੇਗੀ। ਹੁਣ ਸਰਦਾਰੀ ਕਿਵੇਂ ਹੈ ਆਪਾਂ ਦੇਖ ਹੀ ਰਹੇ ਹਾਂ। ਏਡਾ ਵੱਡਾ ਸ਼ੇਰ ਹੈ, ਇੱਕ ਦਹਾੜ ਮਾਰੇ ਤੇ 4 ਬੰਦਿਆਂ ਨੂੰ ਢਾ ਲਵੇ, ਲੇਕਿਨ ਇੱਕ ਰਿੰਗ ਮਾਸਟਰ ਹੁੰਦਾ 10-12 ਸ਼ੇਰਾਂ ਨੂੰ ਕੰਟਰੋਲ ਕਰ ਰਿਹਾ ਹੁੰਦਾ, ਕਿਉਂਕਿ ਸ਼ੇਰ ਦੇ ਕੋਲ ਭਾਸ਼ਾ ਨਹੀਂ ਹੈ। ਹੋ ਸਕਦਾ ਕਿ ਹਰ ਸ਼ੇਰ ਦੇ ਵਿੱਚ ਵਿਦਰੋਹ ਦੀ ਭਾਵਨਾ ਜਾਗਰਤ ਹੋ ਰਹੀ ਹੋਵੇ, ਲੇਕਿਨ ਹਰ ਸ਼ੇਰ ਹੀ ਇਹ ਸੋਚ ਰਿਹਾ ਹੋਵੇ ਕਿ ਜੇ ਇਕੱਲਾ ਮੈਂ ਵਿਦਰੋਹ ਕਰਤਾ, ਬਾਕੀਆਂ ਨੇ ਨਾ ਕੀਤਾ, ਜਾਂ ਬਾਕੀ ਦੇ ਮੈਨੂੰ ਪੈ ਗਏ, ਕਿਉਂਕਿ ਉਹਨਾਂ ਦੇ ਕੋਲ ਭਾਸ਼ਾ ਨਹੀਂ ਹੈ। ਇਸ ਕਰਕੇ ਉਹ ਭਾਸ਼ਾ ਨਾ ਹੋਣ ਕਰਕੇ ਗੁਲਾਮ ਨੇ। ਤਾਂ ਮਨੁੱਖ ਨੂੰ ਪਰਮਾਤਮਾ ਨੇ ਭਾਸ਼ਾ ਵੀ ਦੇ ਦਿੱਤੀ, ਪਰਿਭਾਸ਼ਾ ਵੀ ਦੇ ਦਿੱਤੀ, ਨਾਮ ਜਪਣ ਦੀ ਕਿਰਿਆ ਵੀ, ਵਿਧੀ ਵੀ। ਇਸੇ ਕਰਕੇ ਸਤਿਗੁਰ ਨੇ ਕਿਹਾ ਕਿ ਇਹੋ ਹੀ ਬਾਰੀ ਹੈ। ਅਵਰ ਜਿਹੜੀ ਸੰਸਾਰ ਦੇ ਵਿੱਚ ਇਹੋ ਜਿਹੜਾ ਜਨਮ ਹੈ ਜਿਸ ਨੂੰ ਗੋਬਿੰਦ ਮਿਲਣ ਕੀ, ਇਹੋ ਤੇਰੀ ਬਰੀਆ ਕਿਹਾ ਸਤਿਗੁਰਾਂ ਨੇ। ਹੁਣ ਗੱਲ ਬਿਲਕੁਲ ਸਪਸ਼ਟ ਹੈ ਕਿ ਮਨੁੱਖ ਬੇਸਿਕਲੀ ਜਾਨਵਰ ਹੈ, ਔਰ ਉਸ ਦੀ ਸੋਚ ਦੇ ਵਿੱਚ ਗੁਨਾਹ ਦੀ ਜਿਹੜੀ ਭਾਵਨਾ ਹੈ ਨਾ, ਉਹ ਕਦੀ ਨਹੀਂ ਮਰਦੀ। ਮੈਂ ਜਿਵੇਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਿਆ ਕਰਦਾ ਕਿ ਮਨੁੱਖ ਦੇ ਵਿਕਾਰ ਕਦੀ ਨਹੀਂ ਮਰਦੇ। ਜੋ ਮਰਜ਼ੀ ਮਨੁੱਖ ਕਰ ਲਵੇ, ਕਿ ਕੋਈ ਕਵੇ ਮੈਂ ਆਪਣੇ, ਹਾਂ ਵਿਕਾਰਾਂ ਨੂੰ ਦਬਾਉਣਾ ਪੈਂਦਾ ਹੈ, ਬਾਰ-ਬਾਰ ਉੱਠਦੇ ਨੇ। ਦੁਸ਼ਟ ਜਿਤੇ ਉੱਠਵਤ ਉੱਠ ਪਾਤਾ, ਇਹ ਉੱਠ ਕੇ ਉਤਪਾਦ ਮਚਾਉਂਦੇ ਨੇ ਜਿੰਨੇ ਵੀ ਵਿਕਾਰ ਨੇ, ਔਰ ਇਹਨਾਂ ਨੂੰ ਬਸ ਗੁਰਬਾਣੀ ਦੇ ਰਾਹੀਂ ਹੀ ਕਰ ਸਕਦਾ ਮਨੁੱਖ। ਤੋ ਜ਼ਾਹਿਰ ਤੌਰ ਉੱਪਰ ਮਨੁੱਖ ਨੂੰ ਇੱਕ ਬਹਾਨਾ ਚਾਹੀਦਾ ਹੁੰਦਾ ਗੁਨਾਹ ਕਰਨ ਦਾ। ਇਸ ਕਰਕੇ ਉਹ ਕਹਿੰਦਾ ਕਿ ਆਹ ਦੇਖੋ ਜੀ, ਫਲਾਣੇ ਨੇ ਦਾੜੀ ਰੱਖੀ ਹੈ, ਉਹ ਫਿਰ ਵੀ ਸ਼ਰਾਬ ਪੀ ਰਿਹਾ, ਫਲਾਣੇ ਨੇ ਦਾੜੀ ਰੱਖੀ ਹੈ, ਉਹ ਫਿਰ ਵੀ ਆਹ ਗੁਨਾਹ ਕਰ ਰਿਹਾ, ਉਹਨੇ ਅੰਮ੍ਰਿਤ ਛਕਿਆ, ਉਹ ਫਿਰ ਵੀ ਇਹ ਗੁਨਾਹ ਕਰ ਰਿਹਾ। ਕਿਉਂਕਿ ਬੇਸਿਕਲੀ ਮਨੁੱਖ ਆਪਣੀ ਗਰਾਊਂਡ ਤਿਆਰ ਕਰ ਰਿਹਾ ਹੁੰਦਾ ਗੁਨਾਹ ਕਰਨ ਦੀ, ਕਿ ਜੇ ਉਹ ਕਰ ਰਹੇ ਨੇ ਤਾਂ ਮੈਂ ਤਾਂ ਦਾੜੀ ਰੱਖੀ ਵੀ ਨਹੀਂ, ਮੈਨੂੰ ਤਾਂ ਸਗੋਂ ਲਾਇਸੈਂਸ ਮਿਲਿਆ ਹੋਇਆ ਸ਼ਰਾਬ ਪੀਣ ਦਾ। ਤਾਂ ਮਾਤਾ ਪਿਤਾ ਸਾਨੂੰ ਕਹਿੰਦੇ ਜੀ ਅਸੀਂ ਫਿਰ ਬੱਚੇ ਨੂੰ ਕੀ ਜਵਾਬ ਦਈਏ ਜੀ? ਬੱਚੇ ਨੂੰ ਕੀ ਜਵਾਬ ਦੇਣਾ? ਗੱਲ ਤਾਂ ਸਪਸ਼ਟ ਹੈ ਕਿ ਮਨੁੱਖ ਬੇਸਿਕਲੀ ਜਾਨਵਰ ਹੈ। ਇਸ ਕਰਕੇ ਉਸ ਨੂੰ ਉਹੀ ਹਰਕਤਾਂ ਨਜ਼ਰ ਆਉਂਦੀਆਂ ਨੇ। ਆਪ ਕਿਸੇ ਦੀ ਰੱਜ ਕੇ ਸੇਵਾ ਕਰ ਲਓ, ਪਰ ਫਿਰ ਵੀ ਉਹ ਦੋ ਗੁਨਾਹ, ਦੋ ਨੁਕਸ ਜ਼ਰੂਰ ਕੱਢ ਲਵੇਗਾ ਕਿ ਆਹ ਨਹੀਂ, ਫਲਾਣੀ ਜਗ੍ਹਾ ਤੇ ਤੂੰ ਮੈਂ ਨਾ ਕੀਤਾ, ਫਲਾਣੀ ਜਗ੍ਹਾ ਤੇ ਆ ਕੀਤਾ। ਆਪ ਰੱਜ ਕੇ ਚੰਗਾ ਬੋਲ ਰਹੋ, ਫਿਰ ਵੀ ਜਿਹਨੇ ਨੁਕਸ ਕੱਢਣਾ ਉਹ ਆਹ ਗੱਲ ਕਿੱਥੋਂ ਕਹਿ ਦਿੱਤੀ, ਔਰ ਉਸ ਨੂੰ ਕੇਵਲ ਨੁਕਸ ਯਾਦ ਰਹਿ ਜਾਂਦੇ ਨੇ। ਜਿਹੜੀਆਂ ਚੰਗੀ ਗੱਲਾਂ ਨੇ ਉਹ ਭੁੱਲ ਜਾਂਦੀਆਂ ਨੇ। ਆਟੋਮੈਟਿਕਲੀ ਜਿਹੜੀਆਂ ਗੱਲਾਂ ਕਰ ਰਿਹਾ ਹੁੰਦਾ ਨਾ ਕੋਈ ਵੀ ਵਿਅਕਤੀ, ਤਾਂ ਉਸ ਦੇ ਬਾਰੇ ਸਮਝ ਲੈਣਾ ਕਿ ਚੰਗੀਆਂ ਗੱਲਾਂ ਉਹ ਅਪਣਾਉਣ ਲਈ ਤਿਆਰ ਹੀ ਨਹੀਂ ਹੈ। ਨਹੀਂ ਚੰਗੀਆਂ ਗੱਲਾਂ ਅਪਣਾਉਣ ਲਈ ਤਿਆਰ। ਮੈਂ ਪਿੱਛੇ ਜੇ ਵੀ ਇੱਕ ਗੁਰਦੁਆਰਾ ਸਾਹਿਬਾਨ ਦੇ ਵਿੱਚ ਗਿਆ, ਯੂਰਪ ਦੇ ਵਿੱਚ ਜਗ੍ਹਾ ਹੈ ਉਹ, ਕਰੀਬਨ ਕਾਫੀ ਦੇਰ 1.5 ਘੰਟਾ ਬੋਲਣ ਤੋਂ ਬਾਅਦ ਕੇਵਲ ਮੈਂ ਇੱਕ ਗੱਲ ਕਹੀ ਕਿ ਜਿਸ ਨੇ ਜੋੜੇ ਚੁੱਕਣੇ ਨੇ ਉਸ ਨੂੰ ਵੀ ਗੁਰੂ ਘਰ, ਜਿਹੜਾ ਜੋੜੇ ਝਾੜਨ ਦੇ ਲਈ ਆਇਆ ਉਹ ਵੀ ਗੁਰੂ ਘਰ ਆਇਆ, ਜਿਹਨੇ ਜੋੜੇ ਚੁੱਕਣੇ ਨੇ ਉਹ ਵੀ ਗੁਰੂ ਘਰ ਦੇ ਲਈ ਆਇਆ। ਦੋਨਾਂ ਦੀਆਂ ਭਾਵਨਾਵਾਂ ਦੇ ਵਿੱਚ ਫਰਕ ਹੈ। ਮੈਂ ਗੱਲ ਭਾਵਨਾ ਦੀ ਸਮਝਾ ਰਿਹਾ ਸੀ। ਆਖਿਆ ਜੀ ਇਹ ਗੱਲ ਤੁਸੀਂ ਕਹਿ ਕਿਵੇਂ ਦਿੱਤੀ? ਇੱਕ ਵਿਅਕਤੀ ਸੀ ਕਲੀਨ ਸ਼ੇਵਨ, ਕਿਵੇਂ ਕਹਿ ਦਿੱਤੀ? ਮੈਂ ਪ੍ਰਬੰਧਕਾਂ ਕੋਲ ਜਾ ਕੇ ਫੈਸਲਾ ਕਰਾਂਗਾ, ਕਦੀ ਇੱਧਰ ਫੂਫਾ ਕਰੇ, ਕਦੀ ਇੱਧਰ ਫੂਫਾ ਕਰੇ। ਪ੍ਰਬੰਧਕਾਂ ਕੋਲ ਵੀ ਪਹੁੰਚ ਗਿਆ, ਉਹਨਾਂ ਨੇ ਵੀ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਮੈਂ ਵੀ ਉਹਨੂੰ ਬੇਨਤੀ ਕੀਤੀ ਕਿ ਭਾਈ ਮੈਂ 1.5 ਘੰਟਾ ਬੋਲਿਆ, ਇਹਦੇ ਵਿੱਚੋਂ ਇੱਕ ਗੱਲ ਜਿਹੜੀ ਮੈਂ ਕਹੀ ਇਹਨੂੰ ਤੂੰ ਨਫੀ ਕਰ ਦੇ, ਬਾਕੀ ਦੀਆਂ ਅਪਣਾ ਲੈ, ਬਾਕੀ ਦੇ ਚੰਗੀਆਂ ਕੀਤੀਆਂ ਨੇ। ਨਹੀਂ ਜੀ ਪਹਿਲਾਂ ਇਸ ਗੱਲ ਦਾ ਜਵਾਬ ਦਿਓ, ਪਹਿਲਾਂ ਇਹ ਗੱਲ। ਮੈਂ ਕਿਹਾ ਚੱਲ ਗਲਤੀ ਹੋਈ, ਤੂੰ ਬਾਕੀ ਦੀਆਂ ਗੱਲਾਂ ਅਪਣਾ ਲੈ। ਬਾਕੀ ਦੀਆਂ ਗੱਲਾਂ ਅਪਣਾਉਣ ਲਈ ਤਿਆਰੀ ਨਹੀਂ, ਕਿਉਂਕਿ ਬਾਕੀ ਦੀ ਗੱਲਾਂ ਯਾਦ ਹੀ ਨਹੀਂ ਹੈ। ਯਾਦ ਕਿਉਂ ਨਹੀਂ ਹੈ? ਕਿਉਂਕਿ ਉਹ ਆਇਆ ਹੀ ਨੁਕਸ ਕੱਢਣ ਦੀ ਭਾਵਨਾ ਦੇ ਨਾਲ ਹੈ, ਉਹ ਆਇਆ ਹੀ ਮੰਦਮਤੀ ਦੇ ਨਾਲ ਹੈ। ਤਾਂ ਮੰਦਮਤੀ ਦੇ ਨਾਲ ਗੁਰਮਤੀ ਨਹੀਂ ਹਾਸਲ ਹੋਏਗੀ। ਗੁਰਮਤੀ ਹਾਸਲ ਉਨੀ ਦੇਰ ਤੱਕ ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਆਪਣੀ ਮਤ ਨੂੰ ਮਨੁੱਖ ਗੁਰੂ ਦੇ ਹਵਾਲੇ ਨਹੀਂ ਕਰਦਾ। ਤਾਂ ਬੇਸਿਕਲੀ ਮਨੁੱਖ ਜਾਨਵਰ ਹੈ, ਔਰ ਉਸ ਨੂੰ ਕੀ ਨਜ਼ਰ ਆ ਰਿਹਾ ਹੈ? ਉਸ ਨੂੰ ਕੇਵਲ ਗੁਨਾਹ ਨਜ਼ਰ ਆ ਰਿਹਾ। ਉਹ ਦਾੜੀ ਰੱਖ ਕੇ ਗੁਨਾਹ ਕਰ ਰਿਹਾ ਜੀ, ਉਹ ਦਾੜੀ ਰੱਖ ਕੇ ਪੱਬ 'ਚ ਜਾ ਰਿਹਾ ਜੀ, ਉਹ ਦਾੜੀ ਰੱਖ ਕੇ ਜੂਏ ਘਰ ਵਿੱਚ ਜਾ ਰਿਹਾ ਜੀ। ਤੇ ਮਾਤਾ ਪਿਤਾ ਕਹਿੰਦੇ ਨੇ ਜੀ ਹੁਣ ਬੱਚੇ ਨੂੰ ਕੀ ਜਵਾਬ ਦਈਏ? ਹੈ ਤੇ ਗੱਲ ਠੀਕ ਹੈ ਨਾ, ਖਿਮਾ ਕਰਨੀ ਗੁਨਾਹ ਮਨੁੱਖ ਦੀ ਫਿਤਰਤ ਵਿੱਚ ਹੈ। ਇਸ ਕਰਕੇ ਦਾੜੀ ਰੱਖ ਕੇ ਗੁਨਾਹ ਕਰਦੇ, ਪੱਬ ਦੇ ਵਿੱਚ ਜਾਂਦੇ ਉਸ ਨੂੰ ਸਿੱਖ ਤਾਂ ਨਜ਼ਰ ਆ ਗਏ, ਸ਼ਰਾਬ ਪੀਂਦੇ ਸਿੱਖ ਤਾਂ ਨਜ਼ਰ ਆ ਗਏ। ਦਾੜੀ ਰੱਖ ਕੇ ਬਾਬਰ ਨੂੰ ਜ਼ਾਬਰ ਕਹਿਣ ਵਾਲਾ ਨਾਨਕ ਨਜ਼ਰ ਨਹੀਂ ਆਇਆ।
दाढ़ी रख के तत्ती तवी उपर बैठण वाला सतगुरु गुरु अर्जन नजर नहीं आया। दाढ़ी रख के अपने आप नूं सरेआम अपना सीस कतल करवा के पूरे हिंदुस्तान नूं बचाउण वाला गुरु तेग बहादुर नजर नहीं आया। दाढ़ी रख के सरबंस मारन वाला गुरपिता गुरु गोबिंद सिंह महाराज नजर नहीं आया। मैनू अज तक किसी ने कहा कि दाढ़ी रख के देखो उन्होंने पूरा हिंदुस्तान बचा दिता, दाढ़ी की लाज रखी और पूरा सरबंस मार दिता। ऐसा कोई भी नहीं कहता। क्षमा करनी, एक व्यक्ति ने भी ऐसा नहीं किया। हर व्यक्ति ये कहता कि उन्हें दाढ़ी रखी और पब में चला गया। दाढ़ी रख के पब में जरा जा रहे उसनूं भुल जाओ, छड़ दो, उसनूं ना देखो। दाढ़ी रख के जरा तत्ती तवी ते बैठा उसनूं क्यों नहीं देख रहे? दाढ़ी रख के जरा सरबंस वार रहे उसनूं क्यों नहीं देख रहे? उन्होंने क्यों नहीं फॉलो कर रहे? क्योंकि मनुख की फितरत ही वो जापे की अवस्था विच नहीं पहुंचिया, वो समझ सूझ की अवस्था विच नहीं पहुंचिया। गुरु के शब्द का रस उन्नी देर तक नहीं आएगा, सतगुर कहने जिन्नी देर तक चाखेगा नहीं, चाखे साध न जापे, नहीं जापया जाएगा, नहीं पता लग सकेगा। और होएगा कि कौडी बदले जन्म गवाया, चीनस नहीं आपे। गुरमुख होवे तो एको जाने होमे, दुख न संतापे। चीनस एक पहचान है, एक पहचानन दी अवस्था जिथे जानिया जा सकता है। चीनस एक परख दी अवस्था है। जिवें सतगुर ने कहा कि आत्म में राम, राम में आत्म, चीनस गुर विचारा। भैरू राग दे विच पातशाह गुरु नानक देव महाराज जी की बाणी आपां पाठ भी करते हैं। जब नहीं चीनस आत्म राम, गौड़ी राग दे विच। तो चीनस एक पहचानन की अवस्था है, एक जानन की अवस्था है। और जापे भी एक सूझ की अवस्था है। सूझ राही ही पहचान होएगी, क्योंकि संसार दे विच मनुख अनेक ही चीज़ां देखदा है, लेकिन मनुख नूं अनेक ही चीज़ां देखण तो बाद किस चीज़ की पहचान हुंदी है? जिस चीज़ का उसनूं पहलां तो ज्ञान है, या जिस चीज़ का वो ज्ञान हासिल करना चाहता है। फिर जिस वक्त उसनूं ज्ञान हो जाता है। हुण सतगुर कहते ने फिर हुंदा कि ये शब्द चीन आत्म प्रगासिया सहजे रिया समाई। ये राहो दी मुबारक पंक्ति है, क्योंकि बलिहारी गुरु अपने विटों जिन साचे स्यों लिव लाई। हुण स्पष्ट हो गई गल कि अपने गुरु तो बलिहार, सदा थिर रहण वाले उस अकाल पुरख के प्रति मेरी प्रीत जिसने जोड़ी, और गुरु के शब्द दे नाल सांझ पा के एक आत्मक जीवन मैनू दिखा दिता। चीनस, मैं आत्मक जीवन नूं पहचान लिया। आत्मक जीवन की पहचान हर किसी नूं नहीं हुंदी। इहो ही कारण है कि हर कोई गुरमुख नहीं हो सकता। हुण सतगुर ने अगे चल के गुरमुख और मनमुख दोनों दी अवस्थावां दसिए। गुरमुख गावे, गुरमुख बूझे, गुरमुख शब्द विचारे। शब्द महारस मीठा, विचारे चीनस न आपे, विचारे सतगुर नाम न जापे, विचारे साध न जापे। ये सारियां विचार दी क्रियावां ने, सारियां पहचान दी क्रियावां ने, सारियां जानन दी क्रियावां ने। और इन्हां क्रियावां दे विच लंघेगा कौन? इन्हां क्रियावां थाणी रंघेगा कौन? गुरमुख। गुरमुख गावे, गुरमुख बूझे, गुरमुख शब्द विचारे, ज्यों पिंड सब गुर ते उपजे, गुरमुख कारज सवारे। प्रैक्टिकल है। ज्यों पिंड सब गुर ते उपजे। इस गल नूं गुरमुख समझदा है कि आ जिहड़ी मेरी जीव है ना, आ जिहड़ा मेरा आत्मा, जिहड़ा मेरा शरीर है, ये गुरु तो उपजे है, गुरु के कारण उपजे है, गुरु करके उपजे है, गुरु के सदके उपजे है। गुरमुख ये सोच के अपने कार्य सवार लैंदा है। ते इहदे मुकाबले ते कौन है? मेरे वर्गा मनमुख, जिहड़ा नहीं पहचान सकिया, क्योंकि मनमुख अंधा अंध कमावे बिन खट्टे संसारे, माया मोह सदा दुख पावे, माया मोह सदा दुख पाए बिन गुर अत प्यारे। गल बिल्कुल स्पष्ट हो गई। एक दे कोल पहचान है, एक दे कोल पहचान नहीं, जिन्होंने चीनस दी अवस्था कह रहे हैं। एक ने आत्मक अवस्था की पहचान कर ली है, दूसरे कोल भी आत्मक अवस्था है लेकिन पहचान नहीं, क्योंकि मनमुख अंधा अंध कमावे, वो अज्ञानी है, उसके कोल अंधापन है। इस करके पातशाह कहते सोई सेवक जे सतगुर सेवे, चाले सतगुर पाए। सतगुर दे पाए, सतगुर दे भाणे विच कौन चलेगा? साचा शब्द सिफत है साची, साचा मन वसाए। जिसने सच्चे शब्द की सिफत राही सच्चे एक अकाल पुरख नूं अपने मन दे विच वसा लिया, और मन विच वसा के कीता कि उसने सच्ची बाणी गुरमुख आखे होमे विचों जाए। गुरमुख दे कोल सच्ची बाणी है, उहदे कोल होमे नहीं है। आपे दाता कर्म है साचा,
साचा शब्द सुनाए, गुरमुख घाले गुरमुख खट्टे, गुरमुख नाम जपाए। गुरमुख ने की कीता? गुरमुख दी घाल भी गुरमुखां वाली है। गुरमुख ने की कीता? गुरमुख दी खट्टी भी गुरमुखां वाली है। उन्हें किरत करके खटिया, उन्हें नाम जपया भी है, नाम जपाया भी है। सदा अलपत साचे, सदा अलपत, अलपत आ लिपत, लिपत भाव लिपटना नहीं, वो सदा अलपत है। किस चीज तो? माया तो। क्यों? क्योंकि साचे रंग राता, सच्चे रंग दे विच रंगिया होया। इस करके गुर के शब्द, गुर के सहज सुभाए। तो मैं बेनती की सी कि सतगुर सानू धर्म साडे सुभाव दे विच पाना चाहते हैं, और पाना चाहते हैं सहज अवस्था दे विच। लेकिन मनमुख सदही कूड़ो बोले, बिक बीजे बिक खाए। जमकाल बाधा तिसना दादा, बिन गुर कवण छुड़ाए। गुरु तो बिना कुछ छुड़ा नहीं सकेगा, गल बिल्कुल स्पष्ट है। और गुरु छुड़ाएगा किस नूं? जिहड़ा गुरु दी शरण चला जाएगा। गुरु दी शरण जिहड़ा चला गया, वो छुट गया। बाबा कबीर एक वक्त घर वापस आ रहे सन तो की देखा कि एक माई चक्की पीस रही है और कणक दे दाने विच पा रही है, और कणक दे दाने पांदियां पैंदियां चक्की दे विच जिहड़ा दाना पैंदा पिस रहा। और बाबा कबीर ने वो दो चक्की दे पड़े, क्योंकि जिस दे मस्तक दे विच परमात्मा है, वो हर चीज नूं प्रभु दे नाल जोड़ के देखदा। उस नूं चक्की दे दो पुड़े संसार दे आसमान और धरती नजर आए कि इस दो पुड़े दे विच इस संसार और इस आसमान दे विचाले जो कुछ है वो फना हो जाने वाला है। जेती समगरी देखो रे नर, तेती ही छड़ जानी। तो बाबा कबीर कहने लगे, उदास कर आए, और मात लोई ने पूछा, बाबा उदास क्यों? कहने लगे, इन दो पाटन के बीच में जीवित बचे हो न कोई। ये दो पौड़े ने, एक धरती है एक आकाश है, इन्हां दे विच जीवित कोई नहीं बचेगा। इन दो पाटन के बीच में जीवित बचे न कोई। मात लोई कहंदी की देख के आयो? कोई खास नज़ारा? कहंदे कि चक्की देखी है, उस दे विच एक बुढ़ी कणक दे दाने पाउंदी सी, और सारे पिसी जा रहे सन, एक भी नहीं बच सकिया। बाबा लोई, मात लोई कहने लगी, बाबा कबीर जाके जाओ, ध्यान दे नाल देखो, एक बचिया है, एक दाना बच गया। मात लोई केड़ा वो ऐसा दाना जिहड़ा बच गया? मात लोई कहने लगी, बाबा कबीर जिसने एक किली दा सहारा ले रहा, उस पुड़ां दे विच एक किली है, एक किला विचकार बिल्कुल तुरा है। वो ਜਿਹੜਾ दाना किसी तरीके दे नाल उस धुरे दे नाल चिपक गया, उसके कोल पहुंच गया, उस नूं चक्की भी ना पीस सकेगी। जिसने एक दा सहारा ले लिया, एक अकाल पुरख दा, उस नूं दो पुड़ पीस न सकणगे। वो मरेगा नहीं, ना वो मरे न ठागे जाए, वो ठगया भी नहीं जाएगा, वो मरेगा भी नहीं, क्योंकि उसकी आत्मक मौत नहीं होगी। शरीरक मौत तो हर किसी ने झेलनी ही है। सतगुर कहते ऐसी अवस्था दे विच जदों चीनस अपनी आत्मा नूं पहचान लिया तो सदा तीरथ, और सतगुर कहते हैं सच्चा तीर्थ, वो फिर सच्चा तीर्थ है। सच्चा तीर्थ जित सत सर नावण गुरमुख आप बुझाई। ਉਹਨੂੰ ਫਿਰ ਕਿਸੇ ਛੱਪੜੀ ਤੇ ਕਿਸੇ ਨਦੀ ਨਾਲੇ 'ਚ ਜਾਣ ਦੀ ਲੋੜ ਨਹੀਂ। ਉਸ ਦਾ ਤੀਰਥ ਉਸ ਦੀ ਆਤਮਾ ਦੇ ਨਾਲ ਅੰਦਰ ਮੁਕੰਮਲ 68 ਤੀਰਥ ਗੁਰ ਸ਼ਬਦ ਦਿਖਾਏ, ਤਿਤ ਨਾਤੇ ਮਲ ਜਾਏ। ਲੋਕ 68 ਤੀਰਥਾਂ ਤੇ ਲਾਉਂਦੇ ਨੇ, ਲੇਕਿਨ ਉਸ ਦੇ ਅੰਦਰ ਹੀ ਤੀਰਥ ਹੈ, ਉਸ ਨੂੰ ਕਿਸੇ ਵੀ ਬਾਹਰ ਜਾਣ ਦੀ ਲੋੜ ਨਹੀਂ। और मैल लथेगी गुरमुख दी अन्यथा खिमा करनी। 68 तीर्थां ते भी चले जाओ, कदी मैल उतर ही नहीं सकती, क्योंकि वो तरीका ही गलत है। इसे करके सतगुर ने बार बार समझाया कि मन की मैल न तन ते जात, मन दी मैल तन तो कदी नहीं जा सकती। तन इशनान कराने दे नाल कि मन दी मैल चली जाएगी। जिन्ना मर्जी निर्मल तो निर्मल, जिन्ना मर्जी शुद्ध तो शुद्ध पानी ले लो, उस दे नाल तन दी मैल तो जाएगी, मन दी नहीं, क्योंकि मन की मैल न तन ते जात। मन दी मैल तन दे इशनान नाल कदी जा ही नहीं सकती। आप प्रयोग करके देख लो। आप अपनी कार नूं बाहरों धोई जाओ, कि सीटां अंदरों साफ हो जाएंगी, कि इंजन अंदरों साफ हो जाएगा? कदी कोई नहीं। सारे शीशे चढ़ा के बाहरों धोई जाओ, अंदरों हाँ बाहरों धुल जाएगी, अंदरों साफ नहीं होगी। अंदरों साफ करनी है, स्टीम वॉश करना है, तो वह प्रोसैस अलग है। बाबा कबीर कहते ओदा की प्रोसैस है? बाबा कबीर कहते काया मांजस कौन गुनाओ, जो कट पीतर है मलना। मलना तो कट दे पीतर है, मैल तो कट दे पीतर है, तो काया मांजस कौन गुनाओ, काया नूं मांज के की गुण हो जाएगा? इस करके सतगुर कहते हैं कि जिसने सच्चे शब्द नूं पहचान लिया, निर्मल हो गया, तीर्थ इशनान हो गया ओदा। सच्चा शब्द सच्चा है निर्मल, नामल लगे न जाए। सच्ची सिवत सच्ची सलाह पूरे गुरते पाए। तन मन सब किछ हर तिस केरा, दुरमत कहन न जाए, दुरमत गवाई जाएगी।
ਹੁਕਮ ਹੋਵੇ ਤਾਂ ਨਿਰਮਲ ਹੋਵੇ, ਹਉਮੈ ਵਿੱਚੋਂ ਜਾਏ। ਹੁਕਮ ਤੋਂ ਬਿਨਾਂ, ਗੁਰ ਸ਼ਬਦ ਤੋਂ ਬਿਨਾਂ ਨਹੀਂ। ਗੁਰ ਕੀ ਸਾਖੀ ਸਹਿਜੇ ਚਾਖੀ, ਤਿਸ ਨਾ ਅਗਨ ਬੁਝਾਏ। ਗੱਲ ਚਖਣ ਦੀ ਹੈ, ਗੁਰ ਕੇ ਸ਼ਬਦ ਰਾਤਾ, ਸਹਿਜੇ ਮਾਤਾ ਸਹਿਜੇ ਰਿਆ ਸਮਾਏ। ਅੰਦਰੋਂ ਹਉਮੈ ਦੂਰ ਹੋ ਗਈ, ਉਪਦੇਸ਼ ਗੁਰੂ ਦਾ ਮਿਲ ਗਿਆ ਤਾਂ ਆਨੰਦ ਹੀ ਆਨੰਦ ਹੈ। ਤ੍ਰਿਸ਼ਨਾ ਦੀ ਅੱਗ ਬੁਝਾ ਦਿੰਦਾ ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਦੇ ਵਿੱਚ ਰੰਗਿਆ ਜਾਂਦਾ। ਆਤਮਕ ਅਡੋਲਤਾ ਔਰ ਇਸ ਅਡੋਲਤਾ ਦੇ ਵਿੱਚ ਇੱਕ ਮਸਤੀ ਔਰ ਇਸ ਦੇ ਵਿੱਚ ਹੀ ਲੀਨ ਹੋ ਜਾਣ ਦੀ ਭਾਵਨਾ। ਆਖਰੀ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ, ਹਰ ਕਾ ਨਾਮ ਸਤਿ ਕਰ ਜਾਣੇ, ਗੁਰ ਕੇ ਪਾਏ ਪਿਆਰੇ। ਸੱਚੀ ਵਡਿਆਈ ਗੁਰ ਤੇ ਪਾਈ, ਸੱਚੇ ਨਾਏ ਪਿਆਰੇ। ਏਕੋ ਸੱਚਾ ਸਭ ਮੈਂ ਵਰਤੇ, ਬਿਰਲਾ ਕੋ ਵਿਚਾਰੇ। ਆਪੇ ਮਿਲ ਲਏ ਤਾਂ ਬਖਸ਼ੇ, ਸੱਚੀ ਭਗਤ ਸਵਾਰੇ। ਸਭੋ ਸੱਚ 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 ਵਰਤੈ, ਗੁਰਮੁਖ ਕੋਈ ਜਾਣੇ। ਜੰਮਣ ਮਰਣਾ ਹੁਕਮੋਂ ਵਰਤੇ, ਗੁਰਮੁਖ ਆਪ ਪਛਾਣੇ। ਨਾਮ ਧਿਆਏ ਤਾਂ ਸਤਿਗੁਰ ਭਾਏ, ਜੋ ਇੱਛੇ ਸੋ ਫਲ ਪਾਏ। ਨਾਨਕ ਤਿਸ ਦਾ ਸਭ ਕੁਝ ਹੋਵੇ, ਜੇ ਵਿੱਚੋਂ ਆਪ ਗਵਾਏ। ਗੱਲ ਸਤਿਗੁਰ ਸਪਸ਼ਟ ਕਰ ਦਿੱਤੀ ਕਿ ਆਤਮਕ ਜੀਵਨ ਦੀ ਹੀ ਪਹਿਚਾਣ ਮਨੁੱਖ ਨੂੰ ਸਹੀ ਪਹਿਚਾਣ ਕਰਾ ਸਕੇਗੀ ਪਰਮਾਤਮਾ ਦੀ। ਮਨੁੱਖ ਅਕਾਲ ਪੁਰਖ ਦਾ ਨਾਮ ਉਸ ਵਕਤ ਹੀ ਸਿਮਰਨ ਦੇ ਰੂਪ ਦੇ ਵਿੱਚ ਸ਼ੁਰੂ ਕਰ ਸਕੇਗਾ ਔਰ ਉਸ ਵਕਤ ਫਿਰ ਉਹ ਜਿਹੜਾ ਨਾਮ ਮੰਗੇਗਾ ਉਹ ਮੁਰਾਦ ਬਣ ਕੇ ਹਾਸਲ ਹੋਏਗਾ। ਔਰ ਸਤਿਗੁਰ ਕਹਿੰਦੇ ਨੇ, ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਮ ਹੇਠ ਕੇ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਅੰਦਰੋਂ ਆਪਾ ਭਾਵ ਦੂਰ ਕਰ ਲਵੇਗਾ, ਉਸ ਦਾ ਆਤਮਕ ਜੀਵਨ ਸਦਾ ਬਚ ਜਾਏਗਾ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰਨ। ਤੋ ਅੱਜ ਦੇ ਇਤਿਹਾਸਿਕ ਦਿਹਾੜੇ ਵੀ ਫਰੋਲ ਲਈਏ ਜੀ। ਅੱਜ ਦੇ ਇਤਿਹਾਸਿਕ ਦਿਹਾੜੇ ਦੇ ਮੁਤਾਬਕ ਜਿਹੜੀਆਂ ਘਟਨਾਵਾਂ ਅੱਜ ਦੇ ਦਿਨ ਵਾਪਰੀਆਂ ਨੇ ਉਹਨਾਂ ਦੇ ਬਾਰੇ ਆਪਾਂ ਥੋੜ੍ਹਾ ਜਿਹਾ ਜ਼ਿਕਰ ਹੁਣ ਕਰ ਦਿੰਦੇ ਹਾਂ। ਵਿਸਤਾਰ ਸਹਿਤ ਦੋ ਗੱਲਾਂ ਆਪ ਜੀ ਦੇ ਨਾਲ ਕਰਾਂਗਾ ਜੀ 9 ਤੋਂ 10 ਦੇ ਸਮੇਂ ਦੇ ਦੌਰਾਨ। ਅੱਜ ਅਗਸਤ ਮਹੀਨੇ ਦੀ 1 ਤਰੀਕ ਹੈ ਔਰ ਅਗਸਤ ਮਹੀਨੇ ਦੇ ਅੱਜ ਦੇ 1 ਤਰੀਕ ਦੇ ਆਪਾਂ ਦਿਹਾੜਿਆਂ ਨੂੰ ਫਰੋਲਦੇ ਹਾਂ ਜੀ। ਅੱਜ ਦੇ ਦਿਨ ਭਾਵ 1 ਅਗਸਤ 1863 ਵਾਲੇ ਦਿਨ ਮਹਾਰਾਣੀ ਜਿੰਦਾ ਦੀ ਮੌਤ ਹੋਈ ਹੈ। ਔਰ ਮਹਾਰਾਣੀ ਜਿੰਦਾ ਨੂੰ ਅੱਜ ਦੇ ਦਿਨ ਭਾਵ 1 ਅਗਸਤ 1863 ਵਾਲੇ ਦਿਨ ਜਦੋਂ ਅੱਜ ਦੇ ਦਿਨ ਉਸ ਦਾ ਦੇਹਾਂਤ ਹੋਇਆ ਤਾਂ ਉਹ 46 ਵਰ੍ਹਿਆਂ ਦੇ ਸਨ ਔਰ ਉਹਨਾਂ ਦਾ ਦੇਹਾਂਤ ਲੰਡਨ ਦੇ ਕੈਜ਼ਿੰਗਟਨ ਵਿਖੇ ਹੋਇਆ ਹੈ। ਉਹਨਾਂ ਦੀ ਮ੍ਰਿਤਕ ਦੇਹੀ ਦਾ ਦਾਹ ਸੰਸਕਾਰ ਹਿੰਦੁਸਤਾਨ ਦੇ ਵਿੱਚ ਬੰਬਈ ਦੇ ਅਹਾਤੇ ਦੇ ਨਾਸਿਕ ਨਗਰ ਵਿਖੇ ਕੀਤਾ ਗਿਆ ਹੈ। 27 ਮਾਰਚ ਸਨ 1824 ਵਾਲੇ ਦਿਨ 1924 ਵਾਲੇ ਦਿਨ ਮਹਾਰਾਜਾ ਦਲੀਪ ਸਿੰਘ ਜੀ ਦੀ ਸ਼ਾਹਜ਼ਾਦੀ ਜਿਹੜੀ ਸੀ ਬਿੰਬਾ ਦਲੀਪ ਸਿੰਘ, ਉਸਨੇ ਨਾਸਿਕ ਤੋਂ ਉਹਨਾਂ ਦੀ ਸਵਾਹ ਜਿਹੜੀ ਹੈ ਉਹ ਲਿਆ ਕੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਦੇ ਪਾਸ ਸਰਦਾਰ ਹਰਬੰਸ ਸਿੰਘ ਜੀ ਰਈਸ ਅਟਾਰੀ ਵਾਲਿਆਂ ਤੋਂ ਅਰਦਾਸ ਕਰਵਾ ਕੇ ਲਾਹੌਰ ਵਿਖੇ ਸਥਾਪਿਤ ਕੀਤੀ ਸੀ। ਤੋ ਉਹਨਾਂ ਦੀ ਜੀਵਨ ਕਾਲ ਦੇ ਬਾਬਤ ਤੇ ਉਹਨਾਂ ਦੀਆਂ ਬਾਕੀ ਦੀਆਂ ਗੱਲਾਂ ਆਪਾਂ 9 ਤੋਂ 10 ਦੇ ਸਮੇਂ ਦੇ ਦੌਰਾਨ ਦੁਹਰਾਵਾਂਗੇ। ਦੂਸਰਾ ਅੱਜ ਦਾ ਮਹੱਤਵਪੂਰਨ ਦਿਹਾੜਾ ਹੈ। ਅੱਜ ਅਗਸਤ ਮਹੀਨੇ ਦੀ 1 ਤਰੀਕ ਹੈ। 1 ਅਗਸਤ 1980 ਵਾਲੇ ਦਿਨ ਦਲ ਖਾਲਸਾ ਵੱਲੋਂ ਕੇਸਰੀ ਨਿਸ਼ਾਨ, ਜਿਸ ਨੂੰ ਕਿ ਉਹਨਾਂ ਨੇ ਖਾਲਿਸਤਾਨ ਦਾ ਝੰਡਾ ਕਿਹਾ ਸੀ, ਉਹ ਲਹਿਰਾਇਆ ਗਿਆ ਸੀ। ਔਰ ਐਸਾ ਕਿਹਾ ਜਾਂਦਾ ਹੈ ਕਿ ਦਲ ਖਾਲਸਾ ਵੱਲੋਂ ਇਹ ਝੰਡਾ ਪਹਿਲੀ ਵਾਰੀ ਲਹਿਰਾਇਆ ਗਿਆ ਸੀ। ਔਰ ਦਲ ਖਾਲਸਾ ਵੱਲੋਂ ਅੱਜ ਦੇ ਦਿਨ ਜੋ ਖਾਲਸਾ ਰਾਜ ਦੀ ਪ੍ਰਾਪਤੀ ਦੀ ਮੁਹਿੰਮ ਹੈ ਉਸ ਨੂੰ ਤੇਜ਼ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਤੋ ਇਸ ਸੰਦਰਭ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਸੀ ਇਹ ਕੇਸਰੀ ਨਿਸ਼ਾਨ, ਜਿਹਨੂੰ ਉਹਨਾਂ ਨੇ ਖਾਲਿਸਤਾਨ ਫਲੈਗ ਕਿਹਾ ਸੀ, ਇਹ that was hosted for the first time ਪਹਿਲੀ ਵਾਰੀ। ਤੋ ਦਲ ਖਾਲਸਾ ਵਾਲਿਆਂ ਦੇ ਨਾਲ ਸਿੱਖ ਯੂਥ ਆਰਗੇਨਾਈਜੇਸ਼ਨ ਵੀ ਉਸ ਵਕਤ ਸ਼ਾਮਲ ਸੀ, ਜਿਸ ਵਕਤ ਇਹਨਾਂ ਨੇ ਅਸਲ ਵਿੱਚ ਇਹ ਜੋ ਝੰਡਾ ਹੈ ਖਾਲਿਸਤਾਨ ਦਾ, ਇਹ ਉਸ ਜਗ੍ਹਾ ਉੱਪਰ ਕਾਇਮ ਕੀਤਾ ਗਿਆ ਸੀ ਜਿੱਥੇ 13 ਗੁਰਸਿੱਖਾਂ ਨੂੰ ਉਸ ਵਕਤ ਦੇ ਇੱਕ ਸਭ ਤੋਂ ਵੱਡੇ ਆਪਣੇ ਆਪ ਨੂੰ ਨਿਰੰਕਾਰੀ ਅਖਵਾਉਂਦੇ ਨਕਲੀ ਨਿਰੰਕਾਰੀ ਗੁਰਬਚਨ ਦੇ ਹੁਕਮਾਂ ਦੇ ਮੁਤਾਬਕ 13 ਗੁਰਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਜਿਸ ਜਗ੍ਹਾ ਉੱਪਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਜਗ੍ਹਾ ਉੱਪਰ, ਕਿਉਂਕਿ 13 ਅਪ੍ਰੈਲ 1978 ਨੂੰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ, ਤੋ ਅੱਜ ਦੇ ਦਿਨ ਯਾਨੀ ਕਿ
1 ਅਗਸਤ 1980 ਵਾਲੇ ਦਿਨ ਉਸੇ ਜਗ੍ਹਾ ਉੱਪਰ ਕੇਸਰੀ ਨਿਸ਼ਾਨ ਚੁਲਾਇਆ ਗਿਆ ਸੀ ਔਰ ਉਸ ਨੂੰ ਖਾਲਿਸਤਾਨ ਦਾ ਨਾਮ ਦਿੱਤਾ ਗਿਆ ਸੀ। ਅੱਜ ਦੇ ਦਿਨ ਭਾਵ 1 ਅਗਸਤ 1981 ਵਾਲੇ ਦਿਨ ਆਲ ਕੈਨੇਡਾ ਸਿੱਖ ਕਨਵੈਨਸ਼ਨ ਸ਼ੁਰੂ ਹੋਈ ਸੀ, ਜਿਹੜੀ ਕਿ ਕੱਲ੍ਹ ਭਾਵ 2 ਅਗਸਤ ਤੱਕ ਚੱਲੀ ਸੀ। ਇਹ ਕੈਲਗਰੀ ਵਿਖੇ ਕੀਤੀ ਗਈ ਸੀ ਔਰ ਇਸ ਦੇ ਵਿੱਚ ਕੈਨੇਡੀਅਨ ਸਿੱਖਸ ਜਿਹੜੇ ਸਨ ਉਹ ਸ਼ਾਮਲ ਹੋਏ ਸਨ। ਤੋ ਅੱਜ ਦੇ ਦਿਨ ਉਹਨਾਂ ਵੱਲੋਂ ਇੱਕ ਫੈਡਰੇਸ਼ਨ ਆਫ ਸਿੱਖ ਸੁਸਾਇਟੀਜ਼ ਆਫ ਕੈਨੇਡਾ ਦਾ ਐਲਾਨ ਕੀਤਾ ਗਿਆ ਸੀ, ਜਿਸ ਦਾ ਕੰਮ ਇਹ ਸੀ ਕਿ ਉਹ ਸਿੱਖਾਂ ਦੇ ਨਾਲ ਹੁੰਦੀਆਂ ਵਧੀਕੀਆਂ ਔਰ ਸਿੱਖਾਂ ਦੇ ਜਿਹੜੇ ਕਾਰਜ ਨੇ ਉਹਨਾਂ ਨੂੰ ਕਿਵੇਂ ਨੇਪਰੇ ਚਾੜਨਾ, ਉਸ ਦੀ ਵਿਉਂਤ, ਉਸ ਦੀ ਸ਼ੇਪ, ਉਸ ਦੇ ਪ੍ਰੋਜੈਕਟ ਨੂੰ ਤਿਆਰ ਕਰਨ ਦੇ ਲਈ ਇਹ ਪਹਿਲੀ ਵਾਰੀ ਇੱਕ ਕਾਨਫਰੰਸ ਕੀਤੀ ਗਈ ਸੀ। ਅੱਜ ਦੇ ਦਿਨ ਭਾਵ 1 ਅਗਸਤ 1995 ਵਾਲੇ ਦਿਨ ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਹੋਣਾ ਵਿਚਾਲੇ ਸਮਝੌਤਾ ਹੋ ਜਾਣ ਤੋਂ ਬਾਅਦ ਦੋਨਾਂ ਹੀ ਧਿਰਾਂ ਵੱਲੋਂ ਇੱਕ ਸਾਂਝੀ ਕਮੇਟੀ ਬਣਾਈ ਗਈ ਸੀ। ਇਸ ਸਾਂਝੀ ਕਮੇਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰੱਖਿਆ ਗਿਆ ਸੀ ਔਰ 13 ਅਪ੍ਰੈਲ 1995 ਨੂੰ ਇਸ ਦਾ ਰਸਮੀ ਐਲਾਨ ਤਲਵੰਡੀ ਸਾਬੋ ਵੱਲੋਂ ਕੀਤਾ ਜਾ ਚੁੱਕਿਆ ਸੀ। ਤੋਂ ਬਾਅਦ ਦੇ ਵਿੱਚ ਇਸ ਦਾ ਜੋ ਨਾਮ ਹੈ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰੱਖਿਆ ਗਿਆ ਸੀ। ਇਹ ਸਨ ਉਹ ਅੱਜ ਦੇ ਇਤਿਹਾਸਿਕ ਦਿਹਾੜੇ। ਇਸ ਤੋਂ ਇਲਾਵਾ ਇੱਕ ਇਤਿਹਾਸਿਕ ਦਿਹਾੜਾ ਹੋਰ ਵੀ ਹੈ ਅੱਜ ਦੇ ਦਿਨ ਕਿ 1 ਅਗਸਤ 1984 ਵਾਲੇ ਦਿਨ ਨਿਹੰਗ ਮੁਖੀ ਸੰਤਾ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਾਰ ਸੇਵਾ ਦੇ ਨਾਮ ਉੱਪਰ ਸਰਕਾਰ ਸੇਵਾ ਸ਼ੁਰੂ ਕੀਤੀ ਸੀ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ 4 ਜੂਨ 1984 ਨੂੰ 4, 5, 6, 7 ਨੂੰ ਭਾਰਤ ਦੀਆਂ ਫੌਜਾਂ ਵੱਲੋਂ ਉਸ ਵਕਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਹਿਣ ਉੱਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਬੁਰੀ ਤਰ੍ਹਾਂ ਦੇ ਨਾਲ ਤਬਾਹ ਕਰ ਦਿੱਤਾ ਗਿਆ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੁਰਾਣੀ ਹਾਲਤ ਦੇ ਵਿੱਚ ਰੱਖੇ ਜਾਣ ਦੇ ਲਈ ਜਦੋਂ ਸਿੱਖਾਂ ਦੇ ਵਿੱਚ ਸਹਿਮਤੀ ਬਣ ਗਈ ਸੀ ਤਾਂ ਇੰਦਰਾ ਗਾਂਧੀ ਨੂੰ ਆਪਣਾ ਡਰ ਸਤਾਉਣ ਲੱਗ ਗਿਆ ਸੀ। ਉਸ ਨੇ ਆਪਣੇ ਕੁਝ ਵਿਅਕਤੀਆਂ ਨੂੰ ਨਾਲ ਲਿਆ ਸੀ, ਜਿਸ ਦੇ ਵਿੱਚ ਦਿੱਲੀ ਦੀ ਇੱਕ ਕੰਪਨੀ ਸੀ ਸਕਿੱਪਰਸ ਦੇ ਨਾਮ ਹੇਠ। ਉਸ ਕੰਪਨੀ ਨੇ ਜਿਨ੍ਹਾਂ ਦਾ ਕੰਮ ਹੀ ਬਿਲਡਿੰਗਾਂ ਬਣਾਏ ਜਾਣ ਦਾ ਸੀ, ਬਿਲਡਿੰਗਾਂ ਨਿਰਮਾਣ ਦਾ ਸੀ, ਉਹਨਾਂ ਦੀ ਇਹ ਡਿਊਟੀ ਲਗਾਈ ਗਈ ਔਰ ਇਹਨਾਂ ਦੇ ਉੱਤੇ ਬੂਟਾ ਸਿੰਘ ਜਿਹੜੇ ਉਸ ਵਕਤ ਦੇ ਮੰਤਰੀ ਸਨ ਉਹਨਾਂ ਨੂੰ ਕਿਹਾ ਗਿਆ ਕਿ ਉਹ ਕਿਸੇ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਜਿੰਨੀ ਦੇਰ ਤੱਕ ਸੀਲ ਹੈ ਹਰਿਮੰਦਰ ਸਾਹਿਬ ਅੰਦਰ ਹੀ ਅੰਦਰ ਇਹ ਸਰਕਾਰ ਸੇਵਾ ਕਾਰ ਸੇਵਾ ਦੇ ਨਾਮ ਦੇ ਉੱਤੇ ਸ਼ੁਰੂ ਕੀਤੀ ਜਾਵੇ। ਤਾਂ ਬੂਟਾ ਸਿੰਘ ਜੀ ਨੇ ਫਿਰ ਉਸ ਵਕਤ ਬਾਬਾ ਖੜਕ ਸਿੰਘ ਸਾਹਿਬ ਜੀ ਦੇ ਨਾਲ ਪਹੁੰਚ ਕੀਤੀ, ਲੇਕਿਨ ਬਾਬਾ ਖੜਕ ਸਿੰਘ ਸਾਹਿਬ ਜੀ ਨੇ ਇਸ ਸਰਕਾਰ ਸੇਵਾ ਨੂੰ ਕਰਾਏ ਜਾਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਮੈਂ ਗੁਰੂ ਪੰਥ ਦੀ ਅਵੱਗਿਆ ਨਹੀਂ ਕਰ ਸਕਦਾ ਔਰ ਉਹਨਾਂ ਦੇ ਹੁਕਮਾਂ ਦੀ ਇਸ ਤਰ੍ਹਾਂ ਅਵੇਲਣਾ ਮੈਂ ਨਹੀਂ ਕਰ ਸਕਦਾ। ਪਰ ਉਹਨਾਂ ਨੇ ਕਿਹਾ ਕਿ ਮੈਂ ਸੇਵਾ ਕਰਾਂਗਾ ਅਗਰ ਭਾਰਤੀ ਫੌਜਾਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚੋਂ ਬਾਹਰ ਨਿਕਲ ਜਾਣ, ਸਿੱਖ ਸੰਗਤਾਂ ਦੇ ਵਾਸਤੇ ਦਰਬਾਰ ਸਾਹਿਬ ਦੇ ਖੁੱਲ੍ਹੇ ਦਰਬਾਰੇ ਜਿਹੜੇ ਨੇ ਦਰਸ਼ਨ ਦੀਦਾਰਿਆਂ ਦੇ ਲਈ ਦਰਬਾਰ ਸਾਹਿਬ ਨੂੰ ਪੂਰੀ ਤਰ੍ਹਾਂ ਨਾਲ ਖੋਲ੍ਹ ਦਿੱਤਾ ਜਾਵੇ, ਬਗੈਰ ਕਿਸੇ ਚੈਕਿੰਗ ਦੇ ਸਿੱਖਾਂ ਨੂੰ ਆਉਣ ਜਾਣ ਦੀ ਇਜਾਜ਼ਤ ਹੋਵੇ। ਜਿਸ ਵਕਤ ਇਹ ਗੱਲਾਂ ਨਾ ਮੰਨੀਆਂ ਗਈਆਂ ਤਾਂ ਉਹਨਾਂ ਨੇ ਕਿਹਾ ਕਿ ਮੈਂ ਸੇਵਾ ਨਹੀਂ ਕਰ ਸਕਦਾ। ਆਖਰ ਬਾਬਾ ਸੰਤਾ ਸਿੰਘ ਨਿਹੰਗ ਮੁਖੀ, ਜਿਸ ਦੇ ਬਾਬਤ ਇਹ ਕਿਹਾ ਜਾਂਦਾ ਹੈ ਕਿ ਜੋ ਹਫੀਮ ਆਦਿ ਦਾ ਵੀ ਉਹ ਸੇਵਨ ਕਰਿਆ ਕਰਦੇ ਸਨ, ਉਹਨਾਂ ਨੂੰ ਫਿਰ ਬੀਬੀ ਇੰਦਰਾ ਗਾਂਧੀ ਨੇ ਸਿੱਧਾ ਆਪਣੇ ਸੰਪਰਕ ਹੇਠ ਲਿਆ ਔਰ ਉਹਨਾਂ ਵੱਲੋਂ ਫਿਰ ਸੇਵਾ ਕੀਤੀ ਗਈ, ਸਰਕਾਰੀ ਸੇਵਾ ਸ਼ੁਰੂ ਕੀਤੀ ਗਈ। ਲੇਕਿਨ ਇਹ ਜਿਹੜਾ ਅਕਾਲ ਤਖਤ ਸਾਹਿਬ ਸਰਕਾਰੀ ਸੇਵਾ ਦੇ ਅਧੀਨ ਬਣਿਆ ਸੀ, ਖਾਲਸਾ ਪੰਥ ਨੇ ਇਸ ਨੂੰ ਫਿਰ ਵੀ ਪ੍ਰਵਾਨ ਨਹੀਂ ਕੀਤਾ। ਤੋਂ ਅੱਜ ਦੇ ਦਿਨ 1 ਅਗਸਤ 1984 ਵਾਲੇ ਦਿਨ ਬਾਬਾ ਸੰਤਾ ਸਿੰਘ ਜੀ ਨੇ ਸਰਕਾਰੀ ਕਾਰ ਸੇਵਾ ਸ਼ੁਰੂ ਕੀਤੀ ਸੀ। ਬਾਅਦ ਦੇ ਵਿੱਚ ਉਹਨਾਂ ਨੂੰ ਸਿੱਖ ਪੰਥ ਦੇ ਵਿੱਚੋਂ ਖਾਰਿਜ ਵੀ ਕਰ ਦਿੱਤਾ ਗਿਆ ਸੀ, ਲੇਕਿਨ ਫਿਰ ਉਸ ਤੋਂ ਬਾਅਦ